हाँ जी बेटा, ये अपना ਜਿਹੜਾ ਹੈਗਾ 3 ਦਸੰਬਰ ਦਾ ਲੈਕਚਰ ਹੈਗਾ ਜਿਸ 'ਚ ਆਪਾਂ ਨਵਾਂ ਚੈਪਟਰ ਲਾਪਲੇਸ ਟਰਾਂਸਫਾਰਮ ਜਿਹੜਾ ਹੈਗਾ ਉਹ ਸਟਾਰਟ ਕਰਦੇ ਹੈਗੇ ਕਿ ਲਾਪਲੇਸ ਟਰਾਂਸਫਾਰਮ ਜਿਹੜਾ ਹੈਗਾ ਇਹ ਮੈਥਮੈਟੀਕਲ ਮੈਥਡਸ ਦੇ ਵਿੱਚ ਕਾਫੀ ਇੰਪੋਰਟੈਂਟ ਟੌਪਿਕ ਹੈਗਾ। ਇਹਨੂੰ ਧਿਆਨ ਨਾਲ ਕਰਨਾ ਤੁਸੀਂ, ਕਿਉਂਕਿ ਨੈਕਸਟ ਸਮੈਸਟਰ 'ਚ ਵੀ ਤੁਹਾਨੂੰ ਇਹੀ ਚੈਪਟਰ ਜਿਹੜਾ ਹੈਗਾ ਮਤਲਬ ਆਏਗਾ, ਅੱਗੇ ਕੰਟੀਨਿਊ ਹੋਏਗਾ। ਤਾਂ ਲਾਪਲੇਸ ਟਰਾਂਸਫਾਰਮ ਕੀ ਹੁੰਦਾ ਹੈਗਾ, ਗਿਵਸ ਅਸ ਲਾਪਲੇਸ ਟਰਾਂਸਫਾਰਮ ਕਿਵੇਂ ਯੂਜ਼ ਕਰਦੇ ਹੈ, ਗਿਵਸ ਅਸ ਮੈਥਡਸ ਆਫ ਸੋਲਵਿੰਗ ਡਿਫਰੈਂਸ਼ੀਅਲ ਐਂਡ ਇੰਟੀਗਰਲ ਸਿਚੁਏਸ਼ਨਸ। ਠੀਕ ਹੈ, ਇਹਦੇ ਨਾਲ ਆਪਾਂ ਕੀ ਹੈ ਜਿਹੜੀਆਂ ਆਪਣੀਆਂ ਡਿਫਰੈਂਸ਼ੀਅਲ ਅਤੇ ਇੰਟੀਗਰਲਸ ਕੁਐਸ਼ਨਸ ਹੈ ਉਹਨਾਂ ਨੂੰ ਸੋਲਵ ਕਰ ਸਕਦੇ ਹਾਂ। ਐਂਡ ਇਟ ਹੈਲਪਸ ਇਨ ਸੋਲਵਿੰਗ ਇਨੀਸ਼ੀਅਲ ਵੈਲਿਊ ਪ੍ਰੋਬਲਮਸ ਡਾਇਰੈਕਟਲੀ। ਜਿਹੜੇ ਇਨੀਸ਼ੀਅਲ ਵੈਲਿਊਜ਼ ਆਪਾਂ ਨੂੰ ਦਿੱਤੀਆਂ ਹੁੰਦੀਆਂ ਨਾ ਇੰਟੀਗਰਲ 'ਚ ਜਾਂ ਡਿਫਰੈਂਸ਼ੀਅਲ 'ਚ, ਉਹਨਾਂ ਨੂੰ ਆਪਾਂ ਡਾਇਰੈਕਟਲੀ ਸੋਲਵ ਕਰ ਸਕਦੇ ਹਾਂ ਵਿਦਆਊਟ ਫਾਈਂਡਿੰਗ ਜਨਰਲ ਸੋਲਿਊਸ਼ਨ। ਉਹਦੇ ਵਾਸਤੇ ਜਨਰਲ ਸੋਲਿਊਸ਼ਨ ਪਹਿਲਾਂ ਫਾਈਂਡ ਆਊਟ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ ਸਿੱਧਾ ਹੀ ਜਿਹੜਾ ਹੈਗਾ ਆਪਾਂ ਇਹਨਾਂ ਵੈਲਿਊਜ਼ ਨੂੰ ਸੋਲਵ ਕਰ ਸਕਦੇ ਹੈਗੇ। ਕਲੀਅਰ। ਉਸ ਤੋਂ ਬਾਅਦ ਆਪਣੇ ਕੋਲ ਫਸਟ ਜਿਹੜੀ ਡੈਫੀਨੇਸ਼ਨ ਆ ਜਾਂਦੀ ਹੈਗੀ function of exponential order। clear। function of exponential order ਕੀ ਹੁੰਦੇ, ਇਹ function f(x) is said to be exponential order। ਠੀਕ ਹੈ, function of exponential order ਵੈਸੇ ਵੀ ਤੁਸੀਂ ਪਹਿਲਾਂ ਤਾਂ ਪੜ੍ਹਿਆ ਹੀ ਹੋਏਗਾ exponential order ਕੀ ਹੁੰਦਾ। ਇੱਥੇ ਆਪਾਂ ਕੀ ਕਹਿੰਦੇ ਹੈਗੇ ਕਿ ਇਹ ਫੰਕਸ਼ਨ, ਕਿਸੇ ਵੀ ਫੰਕਸ਼ਨ f(x) ਨੂੰ ਆਪਾਂ exponential order ਕਹਾਂਗੇ ਫੋਰ ਅਲਫਾ ਗ੍ਰੇਟਰ ਦੈਨ 0। ਕਲੀਅਰ, ਨੈਗੇਟਿਵ ਨਹੀਂ ਹੋਣਾ ਚਾਹੀਦਾ, ਅਲਫਾ ਦੀ ਵੈਲਿਊ ਗ੍ਰੇਟਰ ਦੈਨ 0 ਹੋਣੀ ਚਾਹੀਦੀ ਹੈ। ਇਫ ਲਿਮਿਟ x ਅਪਰੋਚਿਜ਼ ਇਨਫਿਨਿਟੀ e ਦੀ ਮਾਈਨਸ ਅਲਫਾ x f(x) ਐਗਜ਼ਿਸਟ ਐਂਡ ਇਜ਼ ਫਾਈਨਾਈਟ ਨੰਬਰ। ਕਲੀਅਰ। ਦਿਸ ਵਨ, ਇਸ ਫੰਕਸ਼ਨ ਨੂੰ ਤੁਸੀਂ ਧਿਆਨ 'ਚ ਰੱਖਣਾ ਹੈਗਾ ਕਿ ਕੋਈ ਵੀ ਫੰਕਸ਼ਨ f(x) ਨੂੰ ਆਪਾਂ ਐਕਸਪੋਨੈਂਸ਼ੀਅਲ ਆਰਡਰ ਕਹਾਂਗੇ ਜੇ ਉਹਦੀ ਲਿਮਿਟ x ਅਪਰੋਚਿਜ਼ ਇਨਫਿਨਿਟੀ e ਦੇ ਮਾਈਨਸ ਅਲਫਾ x f(x) ਐਗਜ਼ਿਸਟ ਵੀ ਕਰਦੀ ਹੈ ਐਂਡ ਇਜ਼ ਫਾਈਨਾਈਟ ਨੰਬਰ, ਇੱਕ ਫਾਈਨਾਈਟ ਨੰਬਰ ਵੀ ਹੈਗਾ, ਤਾਂ ਉਹਨੂੰ ਆਪਾਂ ਐਕਸਪੋਨੈਂਸ਼ੀਅਲ ਫੰਕਸ਼ਨ ਕਹਾਂਗੇ। ਇਹਦੀ ਅਨਦਰ ਡੈਫੀਨੇਸ਼ਨ ਕੀ ਹੈਗੀ ਕਿ ਉੱਥੇ ਕੋਈ ਨਾ ਕੋਈ ਰੀਅਲ ਨੰਬਰ k ਗ੍ਰੇਟਰ ਦੈਨ 0 ਐਗਜ਼ਿਸਟ ਕਰਦਾ ਸੱਚ ਦੈਟ e ਦੀ ਮਾਈਨਸ ਅਲਫਾ x f(x) ਮੋਡਲੋ ਲੈਸ ਦੈਨ k ਫॉर ਐਵਰੀ x ਗ੍ਰੇਟਰ ਦੈਨ ਇਕੁਅਲ ਟੂ m। ਕਲੀਅਰ। ਇਹਦੀ ਵੈਲਿਊ ਕੀ ਹੋਣੀ ਚਾਹੀਦੀ, ਮੋਡਲੋ ਦੀ ਵੈਲਿਊ k ਤੋਂ ਛੋਟੀ ਹੋਣੀ ਚਾਹੀਦੀ ਹੈ, ਵੇਅਰ x ਕੋਈ ਵੀ ਇੰਟੀਜਰ ਹੋ ਸਕਦਾ। ਕਲੀਅਰ ਬੇਟਾ। ਜਾਂ ਫਿਰ ਇਹਨੂੰ ਇੱਦਾਂ ਲਿਖ ਸਕਦੇ e ਦੀ ਮਾਈਨਸ ਅਲਫਾ x ਨੂੰ ਰਾਈਟ ਹੈਂਡ ਸਾਈਡ 'ਤੇ ਲੈਂਦੇ e ਦੀ ਅਲਫਾ x ਬਣ ਗਿਆ। ਓਕੇ, ਇਹ ਵੈਲਿਊ ਯਾਦ ਰੱਖਣੀ ਹੈਗੀ। ਨੈਕਸਟ ਐਗਜ਼ਾਮਪਲ ਹੈ, ਜਿਵੇਂ ਕਿ ਆਪਾਂ ਨੂੰ ਕੋਈ ਫੰਕਸ਼ਨ ਦਿੱਤਾ ਕਿ ਉਹ ਪੁੱਛ ਰਹੇ ਕਿ ਉਹ ਐਕਸਪੋਨੈਂਸ਼ੀਅਲ ਆਰਡਰ ਹੈ ਜਾਂ ਨਹੀਂ ਹੈਗਾ, ਵੇਅਰ ਅਲਫਾ ਗ੍ਰੇਟਰ ਦੈਨ 0 x ਅਪਰੋਚਿਜ਼ ਇਨਫਿਨਿਟੀ। ਤਾਂ ਹੁਣ ਇਹਦੇ ਵਿੱਚ ਆਪਾਂ ਆਹੀ ਚੀਜ਼ ਲਿਖ ਲਈ, ਲਿਮਿਟ x ਅਪਰੋਚਿਜ਼ ਇਨਫਿਨਿਟੀ e ਦੀ ਮਾਈਨਸ ਅਲਫਾ x f(x) ਦੀ ਵੈਲਿਊ ਆਪਾਂ ਨੂੰ ਕੀ ਬਣਾ x ਦੀ ਪਾਵਰ n, e ਦੀ ਮਾਈਨਸ ਅਲਫਾ x ਨੂੰ ਆਪਾਂ ਵਟੇ ਚਲੇ ਆਏ, e ਦੀ ਅਲਫਾ x ਪੋਜ਼ੀਟਿਵ ਬਣ ਗਿਆ। ਨੈਕਸਟ ਹੁਣ ਜੇ ਆਪਾਂ ਇਹਨੂੰ ਦੇਖੀਏ ਤਾਂ ਆਪਾਂ ਜੇ ਲਿਮਿਟਸ ਪੁੱਟ ਕਰਦੇ ਹਾਂ ਇਟ ਇਜ਼ ਦਾ ਆਫ ਫੋਰਮ ਇਨਫਿਨਿਟੀ ਬਾਈ ਇਨਫਿਨਿਟੀ, ਤਾਂ ਇਹਦੇ ਵਾਸਤੇ ਤੁਹਾਨੂੰ ਇੱਕ ਐਲ ਹੋਸਪਿਟਲ ਰੂਲ ਕਰਵਾਇਆ ਹੋਇਆ ਹੈਗਾ। ਜਦੋਂ ਇਨਫਿਨਿਟੀ ਬਾਈ ਇਨਫਿਨਿਟੀ ਫੋਰਮ ਬਣਦੀ ਹੈ ਤਾਂ ਆਪਾਂ ਐਲ ਹੋਸਪਿਟਲ ਰੂਲ ਅਪਲਾਈ ਕਰਦੇ ਹਾਂ, ਜਿਸ 'ਚ ਉੱਪਰਲੀ ਟਰਮ ਦਾ ਉੱਪਰ ਡੈਰੀਵੇਟਿਵ ਅਤੇ ਨਿਚਲੀ ਟਰਮ ਦਾ ਨੀਚੇ ਡੈਰੀਵੇਟਿਵ ਲੈਂਦੇ ਹਾਂ। ਦੇਖੋ ਬੇਟਾ, ਜਦੋਂ ਉੱਪਰਲੀ ਟਰਮ ਦਾ ਆਪਾਂ ਡੈਰੀਵੇਟਿਵ ਲਵਾਂਗੇ, ਫਸਟ ਡੈਰੀਵੇਟਿਵ ਦਾ ਆਪਣੇ ਕੋਲ ਕਿਵੇਂ ਐਨ ਐਕਸ ਦੀ ਪਾਵਰ n-1 ਬਣ ਜਾਏਗਾ, ਹੈ ਨਾ। ਅਤੇ ਨੀਚੇ ਜਦੋਂ ਤੁਸੀਂ ਇਹਦਾ ਡੈਰੀਵੇਟਿਵ ਲਓਗੇ ਤਾਂ e ਦੀ ਅਲਫਾ ਐਕਸ ਦਾ ਤਾਂ e ਦੀ ਅਲਫਾ ਐਕਸ ਹੋ ਜਾਏਗਾ ਇੰਟੂ ਅਲਫਾ ਲੱਗ ਜਾਏਗਾ। ਕਲੀਅਰ। ਇਹ ਇਹਦਾ ਫਸਟ ਡੈਰੀਵੇਟਿਵ ਹੈ, ਪਰ ਜਦੋਂ ਆਪਾਂ ਇਹਨੂੰ ਚੈੱਕ ਕਰੀਏ ਤਾਂ ਇਟ ਇਜ਼ ਆਲਸੋ ਆਫ ਇਨਫਿਨਿਟੀ ਬਾਈ ਇਨਫਿਨਿਟੀ ਫੋਰਮ ਬਣ ਗਿਆ, ਹੈ ਨਾ। ਤਾਂ ਇਸ ਕਰਕੇ ਇਹਨੂੰ ਆਪਾਂ ਹਰ ਵਾਰ ਅਗਲੀ ਵਾਰ ਕੀ ਕਰਾਂਗੇ, ਸਟੈਪ ਰਿਪੀਟ ਕਰਾਂਗੇ ਅਤੇ ਉਹ ਐਲ ਹੋਸਪਿਟਲ ਰੂਲ ਅਪਲਾਈ ਕਰਾਂਗੇ ਜਦੋਂ ਤੱਕ ਕਿ ਆਪਣੇ ਕੋਲ ਸਹੀ ਟਰਮ ਨਹੀਂ ਆ ਜਾਂਦੀ। ਠੀਕ ਹੈ, ਤਾਂ ਇਨਫਿਨਿਟੀ ਬਾਈ ਇਨਫਿਨਿਟੀ ਫੋਰਮ ਹੈ ਤਾਂ ਉੱਪਰਲੀ ਦਾ ਉੱਪਰ ਡੈਰੀਵੇਟਿਵ ਲਈ ਜਾਓ, ਨਿਚਲੀ ਦਾ ਨੀਚੇ ਡੈਰੀਵੇਟਿਵ ਲਈ ਜਾਵਾਂਗੇ, ਕਿੱਥੋਂ ਤੱਕ ਲਵਾਂਗੇ n ਟਰਮਸ ਤੱਕ, ਜਦੋਂ ਤੱਕ ਕਿ ਆਹ ਉੱਪਰ x ਖਤਮ ਨਹੀਂ ਹੋ ਜਾਂਦਾ।
ਤਾਂ ਕੀ ਬਣ ਜਾਏਗਾ n ਇੰਟੂ n-1 n-2 ਸੋ ਔਨ 1 ਤੱਕ। ਤਾਂ ਦਿਸ ਇਜ਼ ਆਫ ਫੋਮ ਫੈਕਟੋਰੀਅਲ n ਦੀ ਵੈਲਿਊ ਹੁੰਦੀ ਹੈ ਇਹ। ਅਤੇ ਨੀਚੇ ਵੀ ਜਦੋਂ n ਤੱਕ ਆਪਾਂ ਡੈਰੀਵੇਟਿਵ ਲਵਾਂਗੇ ਤਾਂ ਅਲਫਾ ਦੀ ਪਾਵਰ ਕਿੰਨੇ ਅਲਫਾਜ਼ ਆ ਜਾਣਗੇ ਆਪਣੇ ਕੋਲ, ਅਲਫਾ ਦੀ ਪਾਵਰ n ਆ ਜਾਏਗਾ। ਕਲੀਅਰ। ਹੁਣ ਜਦੋਂ ਤੁਸੀਂ ਇੱਥੇ ਲਿਮਿਟ ਪੁੱਟ ਕੀਤੀ ਤਾਂ 1/∞ ਫੋਮ ਬਣ ਗਈ ਤੁਹਾਡੇ ਕੋਲ। 1/∞ ਫੋਮ ਦਾ ਮਤਲਬ ਕੀ ਹੈਗਾ ਤੁਹਾਡੇ ਕੋਲ ਵੈਲਿਊ ਇਜ਼ 0। ਤਾਂ 0 ਇੱਕ ਫਾਈਨਾਈਟ ਨੰਬਰ ਆ ਗਿਆ ਆਪਣੇ ਕੋਲ। ਕਲੀਅਰ। ਤਾਂ ਦਿਸ ਇਜ਼ ਆਫ ਐਕਸਪੋਨੈਂਸ਼ੀਅਲ ਆਰਡਰ। ਠੀਕ। ਨੈਕਸਟ ਅਗਲਾ ਫੰਕਸ਼ਨ ਦਿੱਤਾ ਹੋਇਆ ਜੇ ਆਪਾਂ ਇਹਨੂੰ ਕੈਲਕੂਲੇਟ ਕਰਦੇ ਆਏਂਗੇ ਤਾਂ ਇਹਦੀ ਵੈਲਿਊ ਆਪਣੇ ਕੋਲ ਇਨਫਿਨਿਟੀ ਆ ਜਾਂਦੀ ਹੈ। ਦਿਸ ਇਜ਼ ਨੋਟ ਦਾ ਐਕਸਪੋਨੈਂਸ਼ੀਅਲ ਆਰਡਰ। ਨੈਕਸਟ ਇਜ਼ ਦਾ ਜਿਹੜਾ ਹੈਗਾ ਪੀਸ ਵਾਈਜ਼ ਸੈਕਸ਼ਨਲੀ ਕੰਟੀਨਿਊਸ ਫੰਕਸ਼ਨ। ਠੀਕ ਹੈ। ਪੀਸ ਵਾਈਜ਼ ਕੰਟੀਨਿਊ ਫੰਕਸ਼ਨ ਜਿਹੜਾ ਹੁੰਦਾ ਹੈਗਾ ਇਹਨੂੰ ਸੈਕਸ਼ਨਲੀ ਕੰਟੀਨਿਊ ਫੰਕਸ਼ਨ ਵੀ ਕਹਿੰਦੇ ਨੇ। ਤਾਂ ਪੀਸ ਵਾਈਜ਼ ਦਾ ਕੀ ਮਤਲਬ ਹੈਗਾ, ਪੀਸ ਵਾਈਜ਼ ਕਿ ਜੇ ਬੇਟਾ ਆਪਣੇ ਕੋਲ ਕੋਈ ਇੰਟਰਵਲ ਹੈਗਾ, ਠੀਕ ਹੈ, ਆਪਾਂ ਨੂੰ ਨੰਬਰ ਲਾਈਨ ਦਿੱਤੀ ਹੈ, ਇੰਨਾ ਇੰਟਰਵਲ ਹੈ ਤਾਂ ਆਪਾਂ ਉਹਨੂੰ ਪੀਸ ਵਾਈਜ਼ ਪੀਸਿਸ ਦੇ ਵਿੱਚ ਡਿਵਾਈਡ ਕਰ ਲੈਂਦੇ ਹੈਗੇ। ਠੀਕ ਹੈ। ਪੀਸ ਵਾਈਜ਼ ਉਹਨੂੰ ਕੰਟੀਨਿਊ ਕਹਿ ਦਿੰਦੇ ਹਾਂ। ਤਾਂ ਇਹ ਫੰਕਸ਼ਨ f(x) ਇਜ਼ ਕਾਲਡ ਪੀਸ ਵਾਈਜ਼ ਔਰ ਸੈਕਸ਼ਨਲੀ ਕੰਟੀਨਿਊ। ਕਿਸੇ ਵੀ ਫੰਕਸ਼ਨ ਨੂੰ ਆਪਾਂ ਕੀ ਕਹਾਂਗੇ, ਪੀਸ ਵਾਈਜ਼ ਕੰਟੀਨਿਊ ਜਾਂ ਸੈਕਸ਼ਨਲੀ ਕੰਟੀਨਿਊਸ ਔਨ ਏ ਫਾਈਨਾਈਟ ਇੰਟਰਵਲ। ਆਪਾਂ ਨੂੰ ਕੋਈ ਫਾਈਨਾਈਟ ਇੰਟਰਵਲ ਗਿਵਨ ਹੈ a b। ਕਦੋਂ ਕਹਿੰਦੇ ਆਪਾਂ ਪੀਸ ਵਾਈਜ਼ ਕਹਿੰਦੇ, ਇਫ ਐਂਡ ਓਨਲੀ ਇਫ ਦਿਸ ਇੰਟਰਵਲ ਕੈਨ ਬੀ ਡਿਵਾਈਡਡ ਇਨਟੂ ਫਾਈਨਾਈਟ ਸਬ ਇੰਟਰਵਲ। ਤੁਸੀਂ ਕਰਨਾ ਇਸ ਇੰਟਰਵਲ ਨੂੰ ਛੋਟੇ ਛੋਟੇ ਸਬ ਇੰਟਰਵਲਸ ਦੇ ਵਿੱਚ ਡਿਵਾਈਡ ਕਰ ਲਵਾਂਗੇ। ਫਾਈਨਾਈਟ ਸਬ ਇੰਟਰਵਲ ਸੱਚ ਦੈਟ f(x) ਇਜ਼ ਕੰਟੀਨਿਊ ਇਨ ਈਚ ਆਫ ਸਬ ਇੰਟਰਵਲ। ਜਿਹੜਾ ਫੰਕਸ਼ਨ ਹੈ ਉਹ ਹਰੇਕ ਸਬ ਇੰਟਰਵਲ ਦੇ ਵਿੱਚ ਕੀ ਹੋਣਾ ਚਾਹੀਦਾ ਹੈਗਾ, ਕੰਟੀਨਿਊ ਹੋਣਾ ਚਾਹੀਦਾ, ਐਕਸੈਪਟ ਐਟ ਐਂਡ ਪੁਆਇੰਟਸ ਆਫ ਦਿਸ ਇੰਟਰਵਲਸ। ਐਕਸੈਪਟ ਮੀਨਸ ਇਹਨਾਂ ਇੰਟਰਵਲਸ ਦੇ ਐਂਡ ਪੁਆਇੰਟਸ ਨੂੰ ਛੱਡ ਕੇ ਵਿੱਚ ਵਾਲੇ ਸਾਰੇ ਜਿਹੜੇ ਪੁਆਇੰਟਸ ਆ ਉਹਨਾਂ 'ਤੇ ਜੇ ਫੰਕਸ਼ਨ ਆਪਣੇ ਕੋਲ ਕੰਟੀਨਿਊਸ ਹੈ ਤਾਂ ਉਹਨੂੰ ਆਪਾਂ ਪੀਸ ਵਾਈਜ਼ ਕੰਟੀਨਿਊ ਫੰਕਸ਼ਨ ਕਹਾਂਗੇ। ਕਲੀਅਰ। ਦਸ ਇਨ ਪੀਸ ਵਾਈਜ਼ ਕੰਟੀਨਿਊਟੀ ਲੈਫਟ ਹੈਂਡ ਲਿਮਿਟ ਐਂਡ ਰਾਈਟ ਹੈਂਡ ਲਿਮਿਟ ਆਫ ਫੰਕਸ਼ਨ ਐਗਜ਼ਿਸਟ ਇਨ ਈਚ ਸਬ ਇੰਟਰਵਲ 'ਚ ਐਗਜ਼ਿਸਟ ਕਰਦੀ ਹੈਗੀ। ਨੈਕਸਟ ਆਪਣੇ ਕੋਲ ਹੈਗੀ ਆ ਐਗਜ਼ਾਮਪਲ ਦਿੱਤੀ ਹੋਈ ਜਿਵੇਂ ਕਿ, ਠੀਕ ਹੈ, ਇਹਨੂੰ ਗ੍ਰਾਫ ਬਣਾ ਲਿੱਤਾ ਹੈਗਾ। 0 to 2 ਦੇ ਵਿੱਚ ਇਹਦੀ ਵੈਲਿਊ 1 ਹੈਗੀ, 1 ਦਿੱਤੀ ਹੈਗੀ। 2 ਤੋਂ 3 ਦੇ ਵਿੱਚ ਇਹਦੀ ਵੈਲਿਊ 3 ਆ ਗਈ ਅਤੇ 3 ਤੋਂ ਅੱਗੇ ਇਹਦੀ ਵੈਲਿਊ 5 ਹੀ ਰਹੇਗੀ। ਕਲੀਅਰ। ਅਤੇ ਕੰਟੀਨਿਊ ਪੀਸ ਵਾਈਜ਼ ਤਾਂ ਇਹਨੂੰ ਆਪਾਂ ਕੀ ਕਹਾਂਗੇ, ਪੀਸ ਵਾਈਜ਼ ਕੰਟੀਨਿਊ ਫੰਕਸ਼ਨ ਕਹਾਂਗੇ। ਕਲੀਅਰ। ਨੈਕਸਟ ਹੈਗਾ ਫੰਕਸ਼ਨ ਆਫ ਕਲਾਸ ਏ। ਫੰਕਸ਼ਨ ਆਫ ਕਲਾਸ ਏ ਦੇ ਵਿੱਚ ਕੀ ਹੈਗਾ ਕਿ ਇਹ ਫੰਕਸ਼ਨ f(t) ਇਜ਼ ਕਾਲਡ ਆਫ ਕਲਾਸ ਏ ਇਫ ਐਂਡ ਓਨਲੀ ਇਫ ਇਟ ਇਜ਼ ਆਫ ਐਕਸਪੋਨੈਂਸ਼ੀਅਲ ਆਰਡਰ। ਠੀਕ ਹੈ। ਕਿਸੇ ਵੀ ਫੰਕਸ਼ਨ ਆਪਾਂ ਕਲਾਸ ਏ ਦਾ ਫੰਕਸ਼ਨ ਕਦੋਂ ਕਹਾਂਗੇ, ਜਦੋਂ ਪਹਿਲਾਂ ਤਾਂ ਉਹ ਕੀ ਹੋਵੇ, ਐਕਸਪੋਨੈਂਸ਼ੀਅਲ ਆਰਡਰ ਹੋਵੇ, ਅਲਫਾ ਐਸ ਟੀ ਅਪਰੋਚਿਸ ਇਨਫਿਨਿਟੀ। ਐਂਡ ਸੈਕਿੰਡ ਪਾਰਟ ਦੇ ਵਿੱਚ ਉਹ ਕੀ ਹੋਣਾ, ਸੈਕਸ਼ਨਲੀ ਕੰਟੀਨਿਊ। ਦੋਨੋਂ ਡੈਫੀਨੇਸ਼ਨ ਜਿਹੜੇ ਆਪਾਂ ਪਿੱਛੇ ਕਰਕੇ ਆਏ ਹਾਂ, ਜਦੋਂ ਦੋਨੋਂ ਡੈਫੀਨੇਸ਼ਨਸ ਅਪਲਾਈ ਹੁੰਦੀਆਂ ਕਿ ਫਸਟ ਐਕਸਪੋਨੈਂਸ਼ੀਅਲ ਆਰਡਰ ਵੀ ਹੈਗਾ, ਸੈਕਸ਼ਨਲੀ ਕੰਟੀਨਿਊ ਵੀ ਹੈ ਔਨ ਐਵਰੀ ਫਾਈਨਾਈਟ ਇੰਟਰਵਲ, ਤਾਂ ਉਹਨੂੰ ਆਪਾਂ ਕੀ ਕਹਿੰਦੇ, ਫੰਕਸ਼ਨ ਆਫ ਕਲਾਸ ਏ। ਨੈਕਸਟ ਡੈਫੀਨੇਸ਼ਨ ਹੈਗੀ ਹੈ ਇੰਟੀਗਰਲ ਟਰਾਂਸਫਾਰਮ ਆਫ ਫੰਕਸ਼ਨ। ਇੰਟੀਗਰਲ ਟਰਾਂਸਫਾਰਮ ਆਫ ਫੰਕਸ਼ਨ ਐਨ improper integral of type HSG FT dt is called integral transform। ਕੋਈ ਵੀ improper integral ਆਪਾਂ ਨੂੰ given ਹੈ of type improper integral of type HSG FT dt is called integral transform of FT। ਇਹਨੂੰ ਆਪਾਂ ਕੀ ਕਹਿੰਦੇ, integral transform of FT। FT ਕੀ ਫੰਕਸ਼ਨ ਹੈ ਇਫ ਇਟ ਇਜ਼ ਕਨਵਰਜੈਂਟ ਐਂਡ, ਜਦੋਂ ਇਹ ਕਨਵਰਜੈਂਟ ਹੋਏਗਾ, ਐਂਡ ਇਜ਼ ਡਿਨੋਟਡ ਬਾਈ, ਇਹਨੂੰ ਡਿਨੋਟ ਆਪਾਂ ਕੀ ਕਰਾਂਗੇ, ਕੈਪੀਟਲ FS ਔਰ TFT ਨਾਲ ਇਹਨੂੰ ਆਪਾਂ ਡਿਨੋਟ ਕਰਾਂਗੇ। ਕਲੀਅਰ। ਜਦੋਂ ਇਹ ਆਪਣੇ ਕੋਲ ਕੀ ਹੋਏਗਾ, ਕਨਵਰਜੈਂਟ ਹੋਏਗਾ, ਦਿਸ ਫੰਕਸ਼ਨ ਇਜ਼ ਕਨਵਰਜੈਂਟ, ਅਤੇ ਇਹਨੂੰ ਆਪਾਂ ਇੰਟੀਗਰਲ ਟਰਾਂਸਫਾਰਮ ਆਫ ਫੰਕਸ਼ਨ ਕਹਾਂਗੇ। ਅਤੇ ਇੱਥੇ ਧਿਆਨ ਰੱਖਣਾ ਹੈ ਜਿਹੜਾ ਫੰਕਸ਼ਨ HSG ਆਪਾਂ ਨੂੰ ਇੱਥੇ ਦਿੱਤਾ ਦੈਟ ਇਜ਼ ਨੋਨ ਐ ਕਰਨਲ ਆਫ ਦਾ ਟਰਾਂਸਫਾਰਮ। ਇਹਨੂੰ ਆਪਾਂ ਕਰਨਲ ਆਫ ਟਰਾਂਸਫਾਰਮ ਕਹਿੰਦੇ ਹੈਗੇ। ਐਸ ਆਪਣੇ ਕੋਲ ਕੀ ਹੁੰਦਾ ਹੈਗਾ, ਪੈਰਾਮੀਟਰ ਹੁੰਦਾ, ਰੀਅਲ ਵੀ ਹੋ ਸਕਦਾ ਅਤੇ ਕੰਪਲੈਕਸ ਵੀ ਹੋ ਜਾਂਦਾ।
विच इज़ इंडिपेंडेंट ऑफ टी। एस जो है ਉਹ ਇੰਡੀਪੈਂਡੈਂਟ ਆਫ ਟੀ, ਐਸ ਦੀ ਕੋਈ ਵੀ ਵੈਲਿਊ ਹੋ ਸਕਦੀ ਹੈ, ਟੀ 'ਤੇ ਡਿਪੈਂਡ ਨਹੀਂ ਕਰਦੀ ਹੈਗੀ ਇਹ। ਇਨ ਪਰਟੀਕੂਲਰ ਐਚ ਐਸ ਟੀ ਦੀ ਵੈਲਿਊ ਕੀ ਹੁੰਦੀ ਹੈ, ਜੇ ਟੀ ਲੈਸ ਦੈਨ 0 ਹੈ ਤੇ ਇਹਦੀ ਵੈਲਿਊ 0 ਹੋਏਗੀ, ਜੇ ਟੀ ਗ੍ਰੇਟਰ ਦੈਨ ਇਕੁਅਲ ਟੂ 0 ਤੇ ਈ ਦੀ ਮਾਈਨਸ ਐਸ ਟੀ ਹੁੰਦੀ ਹੈਗੀ। ਕਲੀਅਰ, ਚੀਜ਼ ਨੂੰ ਯਾਦ ਰੱਖਣਾ ਹੈ। ਤਾਂ ਐਫ ਐਸ ਦੀ ਵੈਲਿਊ ਆਪਣੇ ਕੋਲ ਕੀ ਆ ਜਾਏ, ਇੰਟੀਗਰਲ ਮਾਈਨਸ ਇਨਫਿਨਿਟੀ ਟੂ ਇਨਫਿਨਿਟੀ ਐਚ ਐਸ ਟੀ ਐਫ ਟੀ ਡੀ ਟੀ। ਤਾਂ ਹੁਣ ਦੇਖੋ ਇੱਥੇ ਆਪਾਂ ਨੇ ਕੀਤਾ ਟੀ ਲੈਸ ਦੈਨ 0, ਟੀ ਲੈਸ ਦੈਨ 0 ਹੈ ਤਾਂ ਆਪਣੇ ਕੋਲ ਐਚ ਐਸ ਟੀ ਦੀ ਵੈਲਿਊ ਕੀ ਹੋ ਜਾਏਗੀ, 0 ਹੋ ਜਾਏਗੀ। ਤਾਂ ਮੈਨੂੰ ਬ੍ਰੇਕ ਕਰ ਲਿਆ ਲਿਮਿਟਸ ਨੂੰ, ਮਾਈਨਸ ਇਨਫਿਨਿਟੀ ਟੂ 0, 0 ਟੂ ਇਨਫਿਨਿਟੀ। ਫਸਟ ਪਾਰਟ 0 ਹੋ ਜਾਏਗਾ, ਸੈਕਿੰਡ ਪਾਰਟ ਆਪਣੇ ਕੋਲ ਆ ਜਾਏਗਾ ਇੰਟੀਗਰਲ 0 ਟੂ ਇਨਫਿਨਿਟੀ ਕਲੀਅਰ ਈ ਦੀ ਪਾਵਰ ਮਾਈਨਸ ਐਸ ਟੀ, ਇਹਦੀ ਠੀਕ ਹੈ ਮਾਈਨਸ ਐਸ ਟੀ ਆਪਾਂ ਨੇ ਵੈਲਿਊ ਪੁੱਟ ਕਰ ਦਿੱਤੀ ਗੀ। ਇਹ ਐਚ ਐਸ ਟੀ ਦੀ ਆਪਾਂ ਨੂੰ ਇੱਥੇ ਗਿਵਨ ਐਚ ਐਸ ਟੀ ਦੀ ਵੈਲਿਊ ਇਹਦੀ ਮਾਈਨਸ ਐਸ ਟੀ ਪੁੱਟ ਕਰ ਦਿੱਤਾ ਐਫ ਟੀ ਡੀ ਟੀ। ਇਹਨੂੰ ਆਪਾਂ ਕੀ ਕਹਿਣੇ ਹੈਗੇ, ਟਰਾਂਸਫੋਰਮ ਕਹਿ ਦਿੰਦੇ। ਕਲੀਅਰ, ਇਸੇ ਚੀਜ਼ ਨੂੰ ਯਾਦ ਰੱਖਣਾ, ਦਿਸ ਇਜ਼ ਅਵਰ ਲਾਪਲੇਸ ਟਰਾਂਸਫੋਰਮ। ਇਹ ਆਪਣੇ ਕੋਲ ਕੀ ਆ ਜਾਂਦਾ, ਲਾਪਲੇਸ ਟਰਾਂਸਫੋਰਮ ਆ ਜਾਂਦਾ। ਅੱਗੇ ਆਪਾਂ ਲਾਪਲੇਸ ਟਰਾਂਸਫੋਰਮ ਦੀ ਡੈਫੀਨੇਸ਼ਨ ਕਰਦੇ ਹਾਂ ਕਿ ਜੇ ਫੰਕਸ਼ਨ ਆਪਣੇ ਕੋਲ ਰੀਅਲ ਵੈਲਿਊਡ ਫੰਕਸ਼ਨ ਆ, ਉਹਦਾ ਰੀਅਲ ਵੇਰੀਏਬਲ ਟੀ, ਐਫ ਆਪਣੇ ਕੋਲ ਕੀ ਹੈਗਾ, ਰੀਅਲ ਵੈਲਿਊਡ ਫੰਕਸ਼ਨ ਆ, ਉਹਦਾ ਰੀਅਲ ਵੇਰੀਏਬਲ ਟੀ ਡਿਫਾਈਨਡ ਓਵਰ ਕਿਹੜੀਆਂ ਲਿਮਿਟਸ ਹੈ, ਮਾਈਨਸ ਇਨਫਿਨਿਟੀ ਟੂ ਇਨਫਿਨਿਟੀ ਸੱਚ ਦੈਟ ਐਫ ਟੀ ਇਜ਼ ਇਕੁਅਲ ਟੂ 0 ਫੋਰ ਟੀ ਲੈਸ ਦੈਨ 0। ਜੇ ਟੀ ਦੀ ਵੈਲਿਊ 0 ਤੋਂ ਘੱਟ ਹੈ ਤਾਂ ਐਫ ਟੀ ਦੀ ਵੈਲਿਊ ਕੀ ਹੋ ਜਾਵੇਗੀ, 0 ਹੋ ਜਾਵੇਗੀ। ਇਸ ਚੀਜ਼ ਦਾ ਧਿਆਨ ਰੱਖਣਾ, ਯਾਨੀ ਕਿ ਆਪਾਂ ਟੀ ਦੀ ਲਿਮਿਟਸ 0 ਟੂ ਇਨਫਿਨਿਟੀ ਲਵਾਂਗੇ। ਦੈਨ ਦਾ ਫੰਕਸ਼ਨ ਐਫ ਆਫ ਐਸ, ਤਾਂ ਫੰਕਸ਼ਨ ਐਫ ਹੈ ਜਿਹੜਾ ਐਸ ਦਾ, ਠੀਕ ਹੈ, ਐਫ ਆਫ ਐਸ ਇਹਨੂੰ ਆਪਾਂ ਲਿਖ ਸਕਦੇ ਹਾਂ ਐਫ ਐਸ ਇੰਟੀਗਰਲ 0 ਟੂ ਇਨਫਿਨਿਟੀ ਈ ਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਇਹਨੂੰ ਆਪਾਂ ਕੀ ਕਹਿਣਾ, ਲਾਪਲੇਸ ਟਰਾਂਸਫੋਰਮ ਆਫ ਐਫ ਐਂਡ ਇਜ਼ ਡਿਨੋਟਡ ਬਾਈ ਐਲ ਐਫ ਟੀ। ਲਾਪਲੇਸ ਟਰਾਂਸਫੋਰਮ ਨੂੰ ਆਪਾਂ ਕਿਉਂਕਿ ਐਫ ਟੀ ਦੀ ਲਾਪਲੇਸ ਟਰਾਂਸਫੋਰਮ ਕਰਿਆ, ਇਹਨੂੰ ਐਲ ਐਫ ਟੀ ਨਾਲ ਆਪਾਂ ਇਹਨੂੰ ਡਿਨੋਟ ਕਰਦੇ ਹਾਂ। ਇਸ ਚੀਜ਼ ਨੂੰ ਬੇਟਾ ਤੁਸੀਂ ਯਾਦ ਰੱਖਣਾ ਹੈ, ਦਿਸ ਇਜ਼ ਅ ਲਾਪਲੇਸ ਟਰਾਂਸਫੋਰਮ ਇੰਟੀਗਰਲ 0 ਟੂ ਇਨਫਿਨਿਟੀ ਮਾਈਨਸ ਈ ਦੀ ਮਾਈਨਸ ਐਸ ਟੀ ਐਫ ਟੀ ਡੀ ਟੀ। ਲਾਪਲੇਸ ਟਰਾਂਸਫੋਰਮ ਆਫ ਐਫ ਟੀ ਨਾਲ ਇਹਨੂੰ ਡਿਨੋਟ ਕੀਤਾ ਹੈ। ਕਲੀਅਰ, ਹੁਣ ਬੇਟਾ ਇੱਥੇ ਆਹ ਕੁਛ ਸਿੰਬਲਸ ਇਹਦੇ ਇਹਨਾਂ ਨੂੰ ਯਾਦ ਰੱਖਣਾ ਹੈਗਾ ਕਿ ਜਿਹੜਾ ਸਿੰਬਲ ਐਲ ਹੈ ਇਸ ਕੋਲ ਦਾ ਲਾਪਲੇਸ ਟਰਾਂਸਫੋਰਮ ਆਪਰੇਟਰ ਹੈ ਇਹ ਆਪਣੇ ਕੋਲ, ਆਪਰੇਸ਼ਨ ਆਫ ਮਲਟੀਪਲਾਈਂਗ ਐਫ ਟੀ ਬਾਈ ਈ ਦੀ ਮਾਈਨਸ ਐਸ ਟੀ, ਠੀਕ ਹੈ। ਐਂਡ ਦੈਨ ਇੰਟੀਗ੍ਰੇਟਿੰਗ ਫਰੋਮ 0 ਟੂ ਇਨਫਿਨਿਟੀ, ਇਹਨੂੰ ਆਪਾਂ ਲਾਪਲੇਸ ਟਰਾਂਸਫਰਮੇਸ਼ਨ ਕਹਿੰਦੇ ਹਾਂ। ਹੇਅਰ ਦਾ ਗਿਵਨ ਫੰਕਸ਼ਨ ਐਫ ਡਿਪੈਂਡਸ ਔਨ ਟੀ, ਜਿਹੜਾ ਫੰਕਸ਼ਨ ਐਫ ਹੈ ਸਮੋਲ ਐਫ ਇਹ ਟੀ 'ਤੇ ਡਿਪੈਂਡ ਕਰਦਾ, and its Laplace transform LFT और F depends on S। देखो LFT ਤੇ FS ਇਹ ਦੋਨੇ ਸੇਮ ਚੀਜ਼ਾਂ ਹੈ। FS ਨੂੰ ਆਪਾਂ LFT ਵੀ ਲਿਖ ਸਕਦੇ ਤੇ ਕੈਪੀਟਲ FS ਵੀ ਲਿਖ ਸਕਦੇ ਹੈਗੇ। ਤੇ ਜਿਹੜੀ ਲਾਪਲੇਸ ਟਰਾਂਸਫੋਰਮ ਹੈ ਉਹ ਕਿਸ ਤੇ ਡਿਪੈਂਡ ਕਰਦੀ ਹੈਗੀ, S ਤੇ ਡਿਪੈਂਡ ਕਰਦੀ ਹੈਗੀ। ਕਲੀਅਰ, ਸਮੋਲ ਐਫ ਟੀ ਤੇ ਡਿਪੈਂਡ ਕਰਦੀ ਹੈ, ਕੈਪੀਟਲ ਐਫ S ਤੇ ਡਿਪੈਂਡ ਕਰਦੀ ਹੈ। ਹੇਅਰ ਪੈਰਾਮੀਟਰ ਐਸ ਇਜ਼ ਰੀਅਲ, ਐਸ ਕੀ ਹੋ ਸਕਦਾ, ਰੀਅਲ ਵੀ ਹੋ ਸਕਦਾ ਅਤੇ ਕੰਪਲੈਕਸ ਵੀ ਹੋ ਸਕਦਾ ਹੈਗਾ, ਠੀਕ ਹੈ। ਜਨਰਲੀ ਆਪਾਂ ਇਹਨੂੰ ਪੋਜ਼ੀਟਿਵ ਰੀਅਲ ਨੰਬਰ ਲੈ ਕੇ ਚੱਲਦੇ, ਆਪਾਂ ਪੋਜ਼ੀਟਿਵ ਨੰਬਰ ਲੈ ਰਹੇ, ਇਸ ਚੀਜ਼ ਦਾ ਧਿਆਨ ਰੱਖਣਾ ਹੈ। ਗਿਵਨ ਫੰਕਸ਼ਨਸ ਆਰ ਡਿਨੋਟਡ ਬਾਏ, ਜਿਹੜੇ ਐਫ ਟੀ ਦੇਖੋ ਆਪਾਂ ਨੂੰ ਇਹ ਗਿਵਨ ਫੰਕਸ਼ਨ ਹੈ, ਗਿਵਨ ਹੋਗਾ, ਇਹਨਾਂ ਨੂੰ ਐਫ ਟੀ ਜੀ ਟੀ ਐਚ ਟੀ ਨਾਲ ਡਿਨੋਟ ਕਰਦੇ ਆ। ਅਤੇ ਲਾਪਲੇਸ ਟਰਾਂਸਫੋਰਮ ਜਿਹੜੀ ਹੈਗੀ ਇਹਨਾਂ ਨੂੰ ਆਪਾਂ ਕੈਪੀਟਲ ਐਫ ਐਸ ਜੀ ਕੈਪੀਟਲ ਲੈਟਰਸ ਦੇ ਨਾਲ ਡਿਨੋਟ ਕਰਦੇ ਆ, ਜਾਂ ਐਫ ਪੀ ਵੀ ਲਿਖਿਆ ਜਾਂਦਾ ਹੈ। ਨੈਕਸਟ ਆਪਣੇ ਕੋਲ ਕੀ ਆ ਜਾਂਦੀ ਹੈ, ਥਿਓਰਮ ਆ ਜਾਂਦੀ ਹੈ, ਥਿਓਰਮ ਫॉर ਐਗਜ਼ਿਸਟੈਂਸ ਆਫ ਲਾਪਲੇਸ ਟਰਾਂਸਫੋਰਮ। ਥਿਓਰਮ ਕੀ ਕਹਿੰਦੀ ਹੈਗੀ, ਥਿਓਰਮ ਫॉर ਐਗਜ਼ਿਸਟੈਂਸ ਆਫ ਲਾਪਲੇਸ ਟਰਾਂਸਫੋਰਮ ਕਿ ਜੇ ਐਫ ਟੀ ਪੀਸ ਵਾਈਜ਼ ਕੰਟੀਨਿਊ ਹੈ, ਠੀਕ ਹੈ, ਚੀਜ਼ ਦਾ ਧਿਆਨ ਰੱਖਣਾ ਹੈ। ਤੁਹਾਨੂੰ ਕੀ ਗਿਵਨ ਹੈ ਕਿ ਐਫ ਟੀ ਪੀਸ ਵਾਈਜ਼ ਕੰਟੀਨਿਊਸ ਹੈਗਾ ਆਲਰੇਡੀ ਔਨ ਐਵਰੀ ਫਾਈਨਾਈਟ ਇੰਟਰਵਲ ਇਨ ਇਟਸ ਡੋਮੇਨ ਟੀ ਗ੍ਰੇਟਰ ਦੈਨ ਇਕੁਅਲ ਟੂ 0 ਐਂਡ ਇਜ਼ ਆਫ ਐਕਸਪੋਨੈਂਸ਼ੀਅਲ ਆਰਡਰ ਵੀ ਹੈਗਾ ਕਿ ਦੋਨੋਂ ਚੀਜ਼ਾਂ ਹੈਗੀਆਂ ਇਹਦੇ ਵਿੱਚ। ਤਾਂ ਕਲਾਸ ਏ ਹੋ ਗਿਆ ਇਹ, ਆਰਡਰ ਅਲਫਾ ਇਜ਼ ਟੀ ਅਪਰੋਚਿਸ ਇਨ, ਦੈਨ ਪ੍ਰੂਵ ਦੈਟ ਦਾ ਲਾਪਲੇਸ ਟਰਾਂਸਫੋਰਮ ਆਫ ਐਫ ਟੀ ਐਗਜ਼ਿਸਟ ਫॉर ऑल एस ग्रेटर दैन अल्फ़ा, ठीक है। लापलेस ट्रांसफॉर्म ऑफ एफ टी के एग्जिस्ट कर दी है
फॉर ऑल एस ग्रेटर दैन अल्फा वास्ते। क्लीयर ये चीज़ आप शो करनी है बेटा। ये इंपॉर्टेंट थ्योरम है, इनू ध्यान नाल करना। तुहानू इहदी स्टेटमेंट इदां भी आ सकती है कि स्टेट एंड प्रूव एग्जिस्टेंस थ्योरम ऑफ लाप्लेस ट्रांसफॉर्म। क्लीयर इनू चंगी तरह कर लेना इस थ्योरम नू। इफ एफ टी इज़ अ फंक्शन ऑफ क्लास ए, जे एफ टी अपने को देखे मैं तुहानू दस्सिया सी एफ टी के फंक्शन ऑफ क्लास ए है। क्लास ए का मतलब कि पीस वाइज कंटिन्यू भी है वो, तो एक्सपोनेंशियल ऑर्डर भी वो एग्जिस्ट करता है। तो आप इनू शो करना है लाप्लेस ट्रांसफॉर्म ऑफ एफ टी एग्जिस्ट करती है। क्लीयर बेटा। तो हुण अपने को की है गिवन एफ टी के पीस वाइज कंटिन्यू इन एवरी इंटरवल इन इट्स डोमेन टी ग्रेटर दैन इक्वल टू 0। तो एफ टी इज पीस वाइज कंटिन्यू किस से होएगा 0 टू टी नोट से भी होएगा भी टी नोट की वैल्यू ग्रेटर दैन 0 होएगी। तो एफ टी जेकर पीस वाइज ई दी माइनस एस टी एफ टी भी पीस वाइज कंटिन्यू होएगा। तो इंटीग्रल भी होएगा हुण 0 टू टी नोट आप इनू लिख लेता। यह की करता एग्जिस्ट करता फॉर एवरी टी नोट ग्रेटर दैन 0। तो बाय डेफिनेशन के अकॉर्डिंग की है इम्प्रॉपर इंटीग्रल 0 टू इन्फिनिटी माइनस एस टी डी एफ टी डी टी की इक्वल हो जाएगा लिमिट टी नॉट अप्रोचेज इन 0 टू टी नॉट लिख लिया इन माइनस एस टी एफ टी डी टी। ठीक है, ये है कि है हुण अपने को एफ एस है, इनू आप सॉल्व करना है। एफ एस इज मॉडलो इंटीग्रल 0 माइनस एस टी एफ टी डी टी लिख लिया। लैस दैन इक्वल टू की हो जाएगा, अब मॉडलो अंदर चला जाएगा अपने को। क्लीयर इज इक्वल टू आप लिख सकते इनू मॉडलो एफ टी ते पा दिता पानी, क्योंकि ये तो हमेशा पॉजिटिव ही होएगा ग्रेटर दैन 0 लैके चल रही है। तो एफ टी की वैल्यू की अपने को बाय एक्सपोनेंशियल ऑर्डर अल्फा, एक्सपोनेंशियल ऑर्डर अल्फा इनू आप लिख सकते हैं एफ टी की वैल्यू के ई अल्फा टी। ये अपन गिवन है एफ टी की वैल्यू जी हैगी वो अपने को की आ जाएगी के आप पिछे करके आए सीगे। ठीक है, के ई अल्फा टी अपने को जी हैगी ये वैल्यू आ जाएगी के ई अल्फा टी एफ टी की वैल्यू आ जाएगी एक्सपोनेंशियल ऑर्डर च ये अपने को आई हैगी। क्लीयर, उस तो बाद अपने को आ गया इनू सॉल्व कर लेना। के बाहर कढ़ लता अपने ई पावर्स प्लस कर लेता अपने को बन गया इंटीग्रल अंदर लै गए। ठीक है, यदी वैल्यू अपने यूजिंग 1 जो अपने आ वाला रिजल्ट यूज़ किया इतने लिमिट टी नोट अप्रोचेज 0 0 टू टी नोट ई दी अल्फा माइनस एस टी डी टी। क्लीयर, यदा अपने इंटीग्रल लै लता गा लिमिट्स पुट कर दी है। पिछली अपने को 1 बन जाएगी क्योंकि पावर 0 आ गई। जी अगे वाले वडे च लै गए आप फॉर एस के अपने को ग्रेटर दैन अल्फा अपन गिवन है, तो आप इनू चेंज कर दी यदी पावर, तो यदी वैल्यू 1/इनफिनिटी आ गई अपने को दैट इज़ आलसो 0। तो अपने को आंसर क्या आ गया के अपॉन एस माइनस अल्फा, यानी कि एफ एस इज लैस दैन इक्वल टू के अपॉन एस माइनस अल्फा फॉर एस ग्रेटर दैन अल्फा। तो इट मीनस एक ही हो गया कन्वर्स कर दिया गया। ठीक है, सो दैट लास्ट प्लेस ट्रांसफॉर्म जी हैगी एग्जिस्ट करती हैगी। नैक्सट पार्ट दे विच बेटा आपां की कहा गया कि यदा जिहड़ा कन्वर्स है दैट इज़ नॉट ट्रू। ठीक है, द कंडीशन गिवन अबव थ्योरम आर ओनली सफिशिएंट फॉर द एग्जिस्टेंस ऑफ एल एफ टी बट आर नॉट नैसेसरी। कन्वर्स ऑफ अबव थ्योरम ट्रू नहीं हैगा। मतलब जो आपां लाप्लेस ट्रांसफॉर्म गिवन है एक ये आपां कंटिन्यू तो एक्सपोनेंशियल फंक्शन गिवन सीगा, तो आपां उन्होंने लाप्लेस ट्रांसफॉर्म शो कर दिता। कन्वर्स की होएगा कि लाप्लेस ट्रांसफॉर्म तो हैगा फंक्शन, यानी कि हरेक लाप्लेस ट्रांसफॉर्म फंक्शन जरूरी नहीं हैगा कंटिन्यू भी होएगा। अज की एग्जाम्पल दी हुई है, देख लेना बेटा। अगे आप नैक्सट लैक्चर च करांगे। थैंक यू बेटा।